ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਜਿਵੇਂ ਕਿ ਥੰਬਨੇਲ ਤੁਸੀਂ ਸਭ ਨੇ ਦੇਖਿਆ ਕਿ ਆਪਾਂ ਇੰਟਰਨੈਸ਼ਨਲ ਮੋਨਿਟਰੀ ਫੰਡ ਯਾਨੀ ਕਿ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਬੋਲਦੇ ਹਾਂ IMF, ਇਹਦੇ ਨਾਲ ਜਿੰਨੇ ਫੈਕਟ ਹੋਣਗੇ ਉਹਨਾਂ ਨੂੰ ਆਪਾਂ ਕਲੀਅਰ ਕਰਾਂਗੇ। ਔਰ ਨਾਲ ਹੀ ਬੱਚੇ ਜਿਹਨੂੰ ਕਿਹਾ ਜਾਂਦਾ ਬ੍ਰੈਟਨ ਵੁੱਡ ਕਾਨਫਰੰਸ, ਇਹਦੇ ਬਾਰੇ ਡਿਸਕਸ ਕਰਾਂਗੇ। ਔਰ ਟਵਿਨ ਸਿਸਟਰਸ ਕਿਹਨੂੰ ਕਿਹਾ ਜਾਂਦਾ ਔਰ ਕਿਉਂ ਕਿਹਾ ਜਾਂਦਾ, SDR ਵੈਲਿਊ ਕੀ ਹੁੰਦੀ ਆ ਔਰ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਆ, ਕੌਣ ਇਹਨੂੰ ਕੈਲਕੂਲੇਟ ਕਰਦਾ, ਇੰਟਰਨੈਸ਼ਨਲ ਮੋਨਿਟਰੀ ਫੰਡ ਦਾ ਵਰਕ ਕੀ ਆ। ਤਾਂ ਬੱਚੇ ਦੇਖੋ, ਤੁਸੀਂ ਕਲੀਅਰਲੀ ਪੜ੍ਹਿਆ ਹੋਊਗਾ ਵੀ ਇਸ ਤੋਂ ਬਾਅਦ ਤੁਹਾਨੂੰ ਦੁਬਾਰਾ IMF ਪੜ੍ਹਨ ਦੀ ਲੋੜ ਆ ਜਿਹੜੀ ਉਹ ਨਹੀਂ ਪਵੇਗੀ। ਤਾਂ ਜਿਹੜੇ ਚੈਨਲ ਤੇ ਨਵੇਂ ਆ, ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਨੋਟੀਫਿਕੇਸ਼ਨ ਆ ਜਿਹੜਾ ਉਹਨੂੰ ਵੀ ਤੁਸੀਂ ਔਨ ਕਰ ਲਿਓ। ਅਗਰ ਵੀਡੀਓ ਦਾ PDF ਚਾਹੀਦਾ ਹੋਇਆ ਦੈਨ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ, ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਦੇਖੋ, ਅੱਜ ਆਪਾਂ IMF ਔਰ ਇਹਦੇ ਬੈਕਗਰਾਉਂਡ ਦੀ ਗੱਲ ਕਰਨੀ ਆ। ਬੱਚੇ ਆਪਾਂ IMF ਨੂੰ ਕਿਉਂ ਚੂਜ਼ ਕੀਤਾ, ਬਿਕੋਜ਼ ਇਹ ਨਿਊਜ਼ ਦੇ ਵਿੱਚ ਰਿਹਾ ਸੀ, ਕਿਉਂਕਿ ਇਹਦੇ 'ਚ ਜਿਹੜੀਆਂ ਕਰੰਸੀਜ਼ ਹੈਗੀਆਂ ਸੀ ਉਹਨਾਂ ਦੀ 5 ਕਰੰਸੀਆਂ ਦੀ ਇੱਕ ਵਾਸਕਟ ਆ ਜਿਹੜੀ ਬਣਾਈ ਹੋਈ ਆ ਇਹਨਾਂ ਦੀ। ਤਾਂ ਉਹਨਾਂ ਦੇ ਵਿੱਚੋਂ 2 ਕਰੰਸੀਜ਼ ਨੇ ਜਿਹੜੀਆਂ ਜਿਨ੍ਹਾਂ ਦੀ ਵੈਲਿਊ ਆ ਉਹ ਵਧਾਈ ਗਈ ਆ ਔਰ ਬਾਕੀਆਂ ਦੀ ਘਟਾਈ ਗਈ ਆ। ਤਾਂ ਇਹਦੇ ਕਰਕੇ ਇਹ ਨਿਊਜ਼ ਦੇ ਵਿੱਚ ਰਿਹਾ ਸੀ। ਸੋ ਕਰੰਟ ਦਾ ਟੌਪਿਕ ਆ ਐਂਡ ਇਹਨੂੰ ਆਪਾਂ ਫੈਕਚੁਅਲ ਔਰ ਕਰੰਟ ਦੇ ਨਾਲ ਰਿਲੇਟ ਕਰਕੇ ਆ ਜਿਹੜਾ ਉਹਨੂੰ ਕਵਰ ਕਰਨਾ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਦੇਖੋ ਬੱਚੇ, ਤੁਸੀਂ ਕੋਈ ਵੀ ਨਿਊਜ਼ਪੇਪਰ ਅਗਰ ਰੈਗੂਲਰ ਫੋਲੋ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇਹਨੂੰ ਦੇਖਿਆ ਹੋਊਗਾ ਕਿ IMF ਇਨਕਰੀਜ਼ ਵੇਟਿੰਗ ਆਫ ਡਾਲਰ ਯੂਆਨ ਇਨ SDR ਬਾਸਕਟ ਐਂਡ ਵੀਕਨੈਸ। ਦੇਖੋ, 2 ਕਰੰਸੀਆਂ ਨੇ, ਇੱਕ ਡਾਲਰ ਇੱਕ ਯੂਆਨ। ਇਹਨਾਂ ਦੋਨਾਂ ਦੀ ਜਿਹੜੀ ਵੈਲਿਊ ਆ ਉਹ ਇਨਕਰੀਜ਼ ਕੀਤੀ ਗਈ ਆ। ਸੋ ਇਹਦੇ ਕਰਕੇ ਇਹ ਵਾਲਾ ਟੌਪਿਕ ਆਪਾਂ ਕਵਰ ਕਰ ਰਹੇ ਹਾਂ। ਤਾਂ IMF ਨੂੰ ਆਪਾਂ ਅੱਜ ਡਿਸਕਸ ਕਰਨਾ। ਤਾਂ ਇਹ ਤੋਂ ਪਹਿਲਾਂ ਬੱਚੇ ਦੇਖੋ, ਆਪਾਂ ਤੁਹਾਡੇ ਲਈ ਇਹ ਤਿੰਨੋਂ ਕੁਐਸਚਨ UPSC ਦੇ ਦੁਆਰਾ ਪੁੱਛੇ ਹੋਏ ਕੁਐਸਚਨ ਆ। ਆਈ ਥਿੰਕ ਇੱਕ 16 'ਚ ਆਇਆ, ਇੱਕ 15 ਦੇ ਵਿੱਚ ਆਇਆ ਔਰ ਇੱਕ ਦਾ ਮੈਨੂੰ ਪ੍ਰੋਪਰ ਨਹੀਂ ਯਾਦ ਹੈ, ਬਟ ਕੁਐਸਚਨ ਨੇ ਜੋ ਇਹ ਸਭੀ UPSC ਦੁਆਰਾ ਪੁੱਛੇ ਹੋਏ ਕੁਐਸਚਨ ਨੇ। ਤਾਂ ਪਹਿਲਾ ਕੁਐਸਚਨ ਆ ਵੀ ਗਲੋਬਲ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਆ ਜਿਹੜੀ ਉਹ ਕਿਸ ਦੁਆਰਾ ਪ੍ਰਿਪੇਅਰ ਕੀਤੀ ਜਾਂਦੀ ਆ। 4 ਆਪਸ਼ਨਸ ਨੇ, ਇਹਨਾਂ ਦੇ ਵਿੱਚੋਂ ਤੁਸੀਂ ਕਰੈਕਟ ਆਨਸਰ ਦੱਸਣਾ। ਔਰ ਸੈਕੰਡ ਵਨ, ਇਹਦੇ ਵਿੱਚੋਂ ਵੀ ਜਿਹੜੀ ਗਲੋਬਲ ਇਕਨੋਮਿਕ ਪ੍ਰੋਸਪੈਕਟ ਸਪੋਰਟ ਆ ਤੇ ਉਹ ਮਤਲਬ ਇਹਨਾਂ ਦੇ ਵਿੱਚੋਂ ਕਿਸ ਦੁਆਰਾ ਆ ਰਹੀ ਆ, ਇਹਦਾ ਵੀ ਤੁਸੀਂ ਕਮੈਂਟ ਕਰਕੇ ਆਨਸਰ ਦੇਣਾ। ਬੱਚੇ ਦੇਖੋ, ਇਹ ਵਾਲੇ ਸੀਗੇ ਆਪਣੇ 2 ਕੁਐਸਚਨ। ਇਹਨਾਂ ਦਾ ਆਨਸਰ ਇੱਕ ਦਾ ਮੈਂ ਤੁਹਾਨੂੰ ਵੀਡੀਓ ਦੇ ਐਂਡ ਤੇ ਦਊਂਗਾ, ਦੂਸਰੇ ਦਾ ਆਨਸਰ ਟੈਲੀਗ੍ਰਾਮ ਉੱਪਰ ਪ੍ਰੋਵਾਈਡ ਕਰਵਾਇਆ ਜਾਊਗਾ। ਜਿਹੜੇ ਬੱਚਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਦੈਨ ਬੱਚੇ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇਖੋ, ਉੱਥੇ ਤੁਹਾਨੂੰ PDF ਲਈ ਲਿੰਕ ਦਿਖੇਗਾ। ਦੈਨ ਤੁਸੀਂ ਉਹਨੂੰ ਕਲਿੱਕ ਕਰੋ ਔਰ ਚੈਨਲ ਨੂੰ ਜੁਆਇਨ ਕਰੋ। ਉੱਥੇ ਹੋਰ ਵੀ ਕਰੰਟ ਦੇ MCQ ਵਗੈਰਾ ਨੇ ਜੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਬੱਚੇ ਉਹਦਾ ਵੀ ਤੁਸੀਂ ਪੂਰਾ ਫਾਇਦਾ ਜਿਹੜਾ ਉਹ ਉਠਾਓ। ਤਾਂ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ, ਇਹ ਨਿਊਜ਼ ਦੇ ਵਿੱਚ ਸੀ। ਤਾਂ ਬੱਚੇ ਦੇਖੋ, ਦੇਖਣ ਨੂੰ ਇਹਦੇ ਵਿੱਚ ਸਿਰਫ ਫੈਕਟ ਤਾਂ ਇਹ ਵਾਲਾ ਹੀ ਆ ਵੀ ਕਰੰਸੀ ਬਾਸਕਟ ਆ ਜਿਹੜੀ ਉਹ ਕਿਹੜੀਆਂ ਕਰੰਸੀ ਦੀ ਆ। ਉਹ 5 ਕਰੰਸੀਆਂ ਨੇ, US ਡਾਲਰ ਆ, ਯੂਰੋ ਆ, ਯੂਆਨ ਆ, ਜੇਨ ਆ ਔਰ ਪਾਊਂਡ ਆ। ਤਾਂ ਪਾਊਂਡ ਇੰਗਲੈਂਡ ਦਾ, ਜੇਨ ਜਾਪਾਨ, ਯੂਆਨ ਚੀਨ। ਤਾਂ ਬੱਚੇ ਇਹੀ ਤੁਹਾਡੇ ਕੋਲ ਸੀਗਾ ਜਿਹੜਾ ਯੂਰੋ ਔਰ US ਡਾਲਰ। ਤਾਂ ਇਹਨਾਂ ਦੇ ਵਿੱਚੋਂ ਦੇਖੋ, ਜਿਹੜੀ ਤਾਂ ਬਲੂ ਕਲਰ ਦੀ ਦਿਖਾਈ ਗਈ ਆ ਬੱਚੇ ਉਹ ਹੈਗੀ ਪ੍ਰੀਵੀਅਸ ਦੀ, ਔਰ ਜਿਹੜੀ ਲੇਟੈਸਟ ਆ ਉਹ ਆਹ ਵਾਲੇ ਕਲਰ ਦੀ ਆ। ਠੀਕ ਆ, ਤਾਂ ਇਹਨੂੰ ਤੁਸੀਂ ਯਾਦ ਰੱਖੋ। ਦੇਖੋ, ਇਹਦੇ ਚੋਂ ਇੱਕ ਤਾਂ US ਡਾਲਰ ਦੀ ਜਿਹੜੀ ਵੈਲਿਊ ਆ ਉਹ ਇਨਕਰੀਜ਼ ਹੋ ਰਹੀ ਆ ਪ੍ਰੀਵੀਅਸ ਦੇ ਮੁਕਾਬਲੇ, ਔਰ ਉਸ ਤੋਂ ਬਾਅਦ ਇੱਕ ਯੂਆਨ ਦੀ ਵੈਲਿਊ ਆ ਉਹ ਜਿਹੜੀ ਉਹ ਵੱਧ ਰਹੀ ਆ। ਦੇਖੋ, ਇਹਦੀ ਪਹਿਲਾਂ ਯੂਆਨ ਦੀ ਵੈਲਿਊ ਸੀ ਜਿਹੜੀ 10.92 ਸੀ ਔਰ ਇਹ ਵੱਧ ਕੇ 12.28% ਆ ਜਿਹੜੀ ਉਹ ਹੋ ਗਈ ਆ। US ਡਾਲਰ ਦੀ ਵੈਲਿਊ 41.73% ਸੀ ਇੱਥੇ ਦੇਖੋ, ਔਰ ਇਹਦੀ 43.38 ਆ ਜਿਹੜੀ ਜਾਂ 38 ਆ ਉਹ ਵੱਧ ਕੇ ਹੋ ਗਈ ਆ। ਬਾਕੀ ਯੂਰੋ ਦੀ ਵੈਲਿਊ, ਜੇਨ ਦੀ ਵੈਲਿਊ ਔਰ ਪਾਊਂਡ ਦੀ ਵੈਲਿਊ, ਇਹਨਾਂ ਦੀ ਵੈਲਿਊ ਦੇ ਵਿੱਚ ਡਿਕਰੀਜ਼ ਆਇਆ। ਤਾਂ ਇਹ ਤੁਸੀਂ ਚਾਰਟ ਨੂੰ, ਇਹਦਾ ਸੋਰਸ ਬਲੂਮਬਰਗ ਆ, ਇਹਨੂੰ ਵੈਸੇ ਤੁਸੀਂ ਆਪਣਾ ਨੋਟ ਕਰ ਸਕਦੇ ਹੋ। ਫੈਕਚੁਅਲ ਡੇਟਾ ਗਾ, ਕਿਸੇ ਵੀ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਇਸ ਤੋਂ ਬਾਅਦ ਦੇਖੋ, ਹੁਣ ਇਹਦੇ ਵਿੱਚ ਚੇਂਜ ਕੀ ਆਇਆ ਬਾਸਕਟ ਦੇ ਵਿੱਚ। ਤਾਂ ਜਿਹੜਾ ਕੁਛ ਬੱਚੇ ਤੁਹਾਨੂੰ ਉੱਥੇ ਇੱਕ ਗ੍ਰਾਫ ਦੇ ਮਾਧਿਅਮ ਦੇ ਵਿੱਚ ਦਿਖਾਇਆ ਗਿਆ, ਉਹੀ ਸੇਮ ਚੀਜ਼ ਤੁਹਾਨੂੰ ਇੱਥੇ ਰਿਟਨ ਦੇ ਵਿੱਚ ਪ੍ਰੋਪਰ ਵੈਲਿਊਜ਼ ਨੇ ਵੀ ਕਿਹੜੀ ਵੈਲਿਊ ਕਿੰਨੀ ਇਨਕਰੀਜ਼ ਡਿਕਰੀਜ਼ ਹੋਈ ਆ। ਬਾਕੀ ਜਿਹੜੀ ਆਪਾਂ ਦੇਖੀ ਚੀਨ ਦੀ ਕਰੰਸੀ ਯੂਆਨ ਆ ਨਾ, ਇਹ 2016 ਦੇ ਵਿੱਚ ਐਡ ਕੀਤੀ ਗਈ ਸੀ ਔਰ ਇਹਦੀ ਜਿਹੜੀ ਵੇਟੇਜ ਆ ਉਹ ਵਧਾਈ ਗਈ ਆ। ਪਹਿਲਾਂ 10.92 ਮਤਲਬ ਕਿ 10.
9.2% ਸੀ, ਬਟ ਹੁਣ 12.28% ਆ, ਔਰ ਨਾਲ ਹੀ US ਡਾਲਰ ਦੀ ਜਿਹੜੀ ਵੈਲਿਊ ਆ ਉਹ ਵਧਾਈ ਗਈ ਆ। ਠੀਕ ਆ, ਤਾਂ ਇਹਨੂੰ ਬੱਚੇ ਧਿਆਨ 'ਚ ਰੱਖਣਾ। ਇਸ ਤੋਂ ਬਾਅਦ ਆਪਾਂ ਅੱਗੇ ਦੇਖਾਂਗੇ ਕਿ ਇਹਦੇ ਵਿੱਚ ਅਗਰ 100% ਆ ਤਾਂ 100% ਦੇ ਵਿੱਚ ਦੇਖੋ 43% ਤਾਂ ਇਕੱਲਾ USA ਕਵਰ ਕਰ ਰਿਹਾ। ਉਸ ਤੋਂ ਬਾਅਦ ਤਕਰੀਬਨ 12-13% ਜਿਹੜਾ ਚੀਨ ਆ ਉਹ ਕਵਰ ਕਰ ਰਿਹਾ। ਠੀਕ ਆ, ਤਾਂ ਬਾਕੀ ਇਹਦੇ 'ਚ ਜਿਹੜੀਆਂ ਬਾਕੀ ਚੀਜ਼ਾਂ ਬੱਚੇ ਤਾਂ ਸੱਚ ਵੈਲਿਊ ਇਨਕਰੀਜ਼ ਡਿਕਰੀਜ਼ ਹੋ ਰਹੀ ਆ, ਬਟ ਇਹਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਤਕਰੀਬਨ 40% ਹਿੱਸਾ ਤਾਂ ਵੈਸੇ ਵੀ ਇਹਦਾ US ਆ ਜਿਹੜਾ ਇਕੱਲਾ ਹੀ ਕਵਰ ਕਰ ਰਿਹਾ। ਤਾਂ ਆਪਾਂ ਦੇਖਾਂਗੇ ਵੀ ਇੰਡੀਆ ਦਾ ਕਿੰਨਾ ਸ਼ੇਅਰ ਇਹਦੇ ਵਿੱਚ ਹੈਗਾ, ਔਰ SDR ਵੈਲਿਊ ਜਿਹੜੀ ਵਧੀਆ ਇਹ ਕੀ ਚੀਜ਼ ਆ, IMF ਕਿਵੇਂ ਫਾਰਮ ਦੇ ਵਿੱਚ ਆਉਂਦੀ ਆ, ਕੀ ਇਹਦਾ ਵਰਕ ਆ, ਕੀ ਇਹਦੀ ਹਿਸਟਰੀ ਆ। ਓਕੇ, ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਬੱਚੇ। ਇਹ ਜਿੰਨੀ ਆਪਾਂ ਨਿਊਜ਼ ਡਿਸਕਸ ਕੀਤੀ ਆ ਇਹ ਤੁਹਾਡੇ ਨਾਲ ਕਰੰਟ ਦਾ ਜਿਹੜੀ ਨਿਊਜ਼ ਸੀਗੀ ਉਹ ਐਨਾਲਿਸਿਸ ਕੀਤਾ ਆਪਾਂ। ਇਸ ਤੋਂ ਬਾਅਦ ਹੁਣ IMF ਦੇ ਜਿੰਨੇ ਫੈਕਟ ਨੇ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤਾਂ ਜਿਹੜਿਆਂ ਨੇ ਵੀਡੀਓ ਹਜੇ ਤੱਕ ਲਾਈਕ ਨਹੀਂ ਕੀਤੀ ਦੈਨ ਵੀਡੀਓ ਨੂੰ ਲਾਈਕ ਪਹਿਲਾਂ ਜ਼ਰੂਰ ਕਰੋ। ਹੁਣ ਦੇਖੋ ਬੱਚੇ, IMF ਇਹਦੀ ਫੁੱਲ ਫਾਰਮ ਸਭ ਨੂੰ ਪਤਾ ਹੋਣੀ ਚਾਹੀਦੀ ਆ। IMF ਦੀ ਫੁੱਲ ਫਾਰਮ ਹੈਗੀ ਆ ਇੰਟਰਨੈਸ਼ਨਲ ਮੋਨਟਰੀ ਫੰਡ। ਤਾਂ ਇਹਦਾ ਫਾਰਮੇਸ਼ਨ ਕਿੱਥੇ ਹੁੰਦਾ? ਇਹਦਾ ਫਾਰਮੇਸ਼ਨ ਹੁੰਦਾ ਬੱਚੇ 1944 ਦੇ ਵਿੱਚ ਬ੍ਰੈਟਨ ਵੁੱਡ ਕਾਨਫਰੰਸ ਹੁੰਦੀ ਆ। ਤਾਂ ਬੱਚੇ ਦੇਖੋ ਤੁਸੀਂ, ਮੈਂ ਤੁਹਾਨੂੰ ਥੰਬਨੇਲ ਦੇ ਉੱਪਰ ਲਿਖਿਆ ਸੀ ਬ੍ਰੈਟਨ ਵੁੱਡ, ਤਾਂ ਉਹ ਵਾਲਾ ਇੱਥੇ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਊਗਾ ਵੀ ਬ੍ਰੈਟਨ ਵੁੱਡ ਕਾਨਫਰੰਸ ਕੀ ਆ। ਤਾਂ ਇਹ ਜਿਹੜਾ ਬ੍ਰੈਟਨ ਵੁੱਡ ਆ ਨਾ, ਇਹ USA ਦੇ ਵਿੱਚ ਇੱਕ ਜਗ੍ਹਾ ਦਾ ਨਾਮ ਆ, ਕਨਫਿਊਜ਼ ਨਹੀਂ ਹੋਣਾ। ਤਾਂ ਇੱਥੇ ਇੱਕ ਮੀਟਿੰਗ ਹੋਈ ਸੀ, ਇਨੀਸ਼ੀਏਟਡ ਸੀਗਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ 1944 ਦੇ ਵਿੱਚ। ਕਿੱਥੇ? ਬ੍ਰੈਟਨ ਵੁੱਡ ਕਾਨਫਰੰਸ ਜਗ੍ਹਾ ਦੇ ਨਾਮ ਕਰਕੇ ਇਹਦਾ ਜਿਹੜਾ ਨਾਮ ਆ ਉਹ ਦਿੱਤਾ ਗਿਆ। ਬਾਕੀ ਇਸ ਤੋਂ ਬਾਅਦ ਬਣ 44 'ਚ ਹੀ ਗਿਆ, ਪਰ ਇਹ ਆਪਰੇਸ਼ਨ ਦੇ ਵਿੱਚ ਕਦੋਂ ਆਇਆ? 27 ਦਸੰਬਰ। ਇੰਨਾ ਬੱਚੇ ਐਗਜ਼ੈਕਟ ਯਾਦ ਕਰਨ ਦੀ ਲੋੜ ਨਹੀਂ, ਬਸ 1945 ਤੋਂ ਲੈ ਕੇ ਇਹਨੂੰ ਤੁਸੀਂ ਯਾਦ ਰੱਖਣਾ ਵੀ 1945 ਤੋਂ IMF ਆ ਜਿਹੜਾ ਉਹ ਵਰਕ ਕਰ ਰਿਹਾ ਆਪਰੇਸ਼ਨ ਦੇ ਵਿੱਚ ਆ। IMF ਐਂਡ ਵਰਲਡ ਬੈਂਕ ਆਰ ਟੁਗੈਦਰ ਨੋਨ ਐਜ਼ ਦਾ ਬ੍ਰੈਟਨ ਵੁੱਡ ਟਵਿੰਸ। ਤਾਂ ਬੱਚੇ ਦੇਖੋ, ਇਹਨਾਂ ਨੂੰ ਬ੍ਰੈਟਨ ਵੁੱਡ ਟਵਿੰਸ ਕਿਹਾ ਜਾਂਦਾ, IMF ਐਂਡ ਵਰਲਡ ਬੈਂਕ ਨੂੰ। ਤਾਂ ਇਹ ਮੈਥ ਦੀ ਕਾਲਮ ਦੇ ਵਿੱਚ ਇਹ ਵਾਲੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਆ, ਕਿਉਂਕਿ ਬੱਚੇ ਦੇਖੋ ਹੁਣ ਤੁਸੀਂ ਜਿੰਨੇ ਵੀ ਵਧੀਆ ਐਗਜ਼ਾਮ ਦੇਖੋਗੇ ਉਹਨਾਂ ਦੇ ਵਿੱਚ ਮੈਥ ਦੀ ਕਾਲਮ ਨੇ ਜਿਹੜੇ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ। ਤਾਂ ਤੁਹਾਨੂੰ ਇਹ ਵਾਲੀ ਚੀਜ਼ ਉੱਥੇ ਬੜੀ ਕੰਮ ਆਊਗੀ ਕਿ IMF ਔਰ ਵਰਲਡ ਬੈਂਕ ਕਿਹਨਾਂ ਨੂੰ ਕੀ ਕਿਹਾ ਜਾਂਦਾ, ਕਿਹੜਾ ਕਾਨਫਰੰਸ ਦੇ ਵਿੱਚ ਹੋਈ ਸੀ, ਔਰ ਆਪਰੇਸ਼ਨ ਦੇ ਵਿੱਚ ਕਦੋਂ ਤੋਂ ਆਈ ਆ। ਤਾਂ ਕਰਕੇ ਇਹ ਫੈਕਟ ਆ ਜਿਹੜੇ ਤੁਹਾਨੂੰ ਕਰਵਾਏ ਜਾ ਰਹੇ ਆ, ਤੁਹਾਨੂੰ ਟੂ ਦਾ ਪੁਆਇੰਟ ਫੈਕਟ ਕਰਵਾਏ ਜਾਣਗੇ ਤਾਂ ਜੋ ਤੁਹਾਡਾ ਕੋਈ ਕੁਐਸਚਨ ਇਹ ਟੌਪਿਕ ਦੇ ਵਿੱਚੋਂ ਸਕਿਪ ਨਾ ਹੋਵੇ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਤੁਸੀਂ ਸਭ ਨੇ। ਅਗਰ ਵੀਡੀਓ ਬੱਚੇ ਚੰਗੀ ਲੱਗ ਰਹੀ ਆ ਔਰ ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ, ਨਾਲ ਹੀ ਜਿਨ੍ਹਾਂ ਨੇ ਵੀਡੀਓ ਲਾਈਕ ਨਹੀਂ ਕੀਤੀ ਤਾਂ ਵੀਡੀਓ ਲਾਈਕ ਜ਼ਰੂਰ ਕਰੋ। ਦੇਖੋ ਬੱਚੇ, ਅੱਜ ਦੀ ਘੜੀ ਇਹਦੇ 'ਚ ਤਕਰੀਬਨ 190 ਮੈਂਬਰ ਕੰਟਰੀਜ਼ ਨੇ ਜਿਹੜੇ ਉਹ ਹੈਗੇ ਨੇ। ਬਾਕੀ ਹੈੱਡਕੁਆਟਰ ਦੀ ਗੱਲ ਕਰੀਏ ਤਾਂ ਹੈੱਡਕੁਆਟਰ ਹੈਗਾ ਵਾਸ਼ਿੰਗਟਨ DC ਦੇ ਵਿੱਚ। ਕਲੀਅਰ ਆ? ਤਾਂ ਹੁਣ ਦੇਖੋ, ਮੈਂ ਤੁਹਾਨੂੰ ਇੱਕ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਮਝਾਉਣਾ ਬੱਚੇ। ਅਗਰ ਤੁਹਾਨੂੰ ਇਹਦਾ PDF ਚਾਹੀਦਾ ਹੋਇਆ ਦੈਨ ਉਹ ਟੈਲੀਗ੍ਰਾਮ ਉੱਪਰ ਮੈਸੇਜ ਕਰ ਸਕਦੇ ਹੋ ਤੁਸੀਂ, ਉੱਥੇ ਤੁਹਾਨੂੰ PDF ਇਹਦਾ ਪ੍ਰੋਵਾਈਡ ਕਰਵਾਇਆ ਜਾਊਗਾ ਆਫਟਰ ਕਲਾਸ। ਹੁਣ ਯੂਨਾਈਟਿਡ ਨੇਸ਼ਨ ਮੋਨਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ, ਇਹਨੂੰ ਬ੍ਰੈਟਨ ਵੁੱਡ ਕਾਨਫਰੰਸ ਵੀ ਕਿਹਾ ਜਾਂਦਾ। ਮਤਲਬ ਦੇਖੋ, ਮੈਂ ਹੁਣ ਤੁਹਾਨੂੰ ਆਪਣੀ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹ ਵਾਲੀ ਚੀਜ਼ ਸਮਝਾਉਣਾ। ਬ੍ਰੈਟਨ ਵੁੱਡ ਜਿਹੜੀ ਕਾਨਫਰੰਸ ਹੋਈ ਸੀ, ਵੈਸੇ ਇਹਦਾ ਨਾਮ ਆ UN ਯਾਨੀ ਕਿ ਯੂਨਾਈਟਿਡ ਨੇਸ਼ਨ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ। ਡਨ। ਹੁਣ ਬ੍ਰੈਟਨ ਵੁੱਡ ਕਾਨਫਰੰਸ ਵੀ ਅਸੀਂ ਇਹਨੂੰ ਕਹਿੰਦੇ ਆ। ਤਾਂ ਇਹ ਵਾਲੀ ਹੈਲਡ ਹੋਈ ਸੀ ਜੁਲਾਈ 1944 ਦੇ ਵਿੱਚ, ਔਰ USA ਦੀ ਜਗ੍ਹਾ ਜਿੱਥੇ ਮੀਟਿੰਗ ਹੋਈ ਸੀ ਬ੍ਰੈਟਨ ਵੁੱਡ ਨਿਊ। ਬਸ ਅੱਗੇ ਪੂਰਾ ਆਪਾਂ ਇਹਨਾਂ ਦਾ ਐਡਰੈਸ ਨੂੰ ਤਾਂ ਕੀ ਕਰਨਾ, ਤਾਂ ਬਸ ਬ੍ਰੈਟਨ ਵੁੱਡ USA ਦੇ ਵਿੱਚ ਇਹਨੂੰ ਯਾਦ ਰੱਖਣਾ। ਤੇ ਦੈਟ ਟਾਈਮ ਇਹਦੇ 'ਚ ਪਾਰਟੀਸਪੇਟ ਕੀਤਾ ਸੀ 42 ਦੇਸ਼ ਤਾਂ ਸੀਗੇ ਜਿਹੜੇ ਬਾਕੀ ਸੀ। ਇਹਨਾਂ ਦੇ ਵਿੱਚੋਂ 2 ਇੰਪੋਰਟੈਂਟ ਦੇਸ਼ ਸੀਗੇ, ਇੱਕ USA ਔਰ ਪਲੱਸ UK ਯਾਨੀ ਕਿ ਯੂਨਾਈਟਿਡ ਕਿੰਗਡਮ। ਇਹ 2 ਵਾਲੇ ਦੇਸ਼ ਸੀਗੇ। ਤਾਂ ਇਹ ਮਤਲਬ ਕਿ ਟੋਟਲ ਤੁਹਾਡੇ 44 ਮੈਂਬਰ ਸੀਗੇ ਜਿਹੜੇ ਜਦੋਂ ਇਹ ਮੀਟਿੰਗ ਹੋਈ ਸੀ ਤਾਂ 44 ਮੈਂਬਰਾਂ ਨੇ ਇਹਦੇ 'ਚ ਪਾਰਟੀਸਪੇਟ ਕੀਤਾ ਸੀ। ਹੋਪਸੋ ਤੁਹਾਨੂੰ ਇੰਨਾ ਬਿਲਕੁਲ ਕਲੀਅਰ ਹੋਊਗਾ ਕਿ ਆਪਾਂ ਕੀ ਡਿਸਕਸ ਕਰ ਰਹੇ ਹਾਂ ਤੁਹਾਡੇ ਨਾਲ। ਕਲੀਅਰ ਆ? ਤਾਂ ਜਦੋਂ ਇਹ 2 ਮਤਲਬ ਮੀਟਿੰਗ ਹੋਈ ਤਾਂ ਇਹਨਾਂ ਨੇ ਕਿਹਾ ਵੀ ਆਪਾਂ 2 ਏਜੰਸੀਜ਼ ਨੇ ਜਿਹੜੀਆਂ ਉਹਨਾਂ ਨੂੰ ਬਣਾਉਂਦੇ ਆ। 2 ਏਜੰਸੀਆਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ। ਕਿਹੜੀਆਂ? ਇੱਕ ਬਣਾਈ ਗਈ IMF ਔਰ ਦੂਸਰੀ ਬਣਾਈ ਗਈ IBRD।
बहुत बच्चे ਇਹੋ ਜਿਹੇ ਨੇ ਜਿਹੜੇ IBRD ਨੂੰ ਵਰਲਡ ਬੈਂਕ ਨਾਲ ਕਨਫਿਊਜ਼ ਕਰ ਲੈਂਦੇ ਆ। ਬੱਚੇ ਵਰਲਡ ਬੈਂਕ ਦਾ ਫਾਰਮੇਸ਼ਨ ਆ ਜਿਹੜਾ ਉਹ ਬਾਅਦ ਦੇ ਵਿੱਚ ਹੁੰਦਾ, ਪਹਿਲਾਂ IBRD ਸੀ। ਠੀਕ ਆ, ਤਾਂ ਇਹਨੂੰ ਵੀ ਤੁਸੀਂ ਧਿਆਨ 'ਚ ਰੱਖਿਓ। IMF ਦੀ ਫੁੱਲ ਫਾਰਮ ਇੰਟਰਨੈਸ਼ਨਲ ਮੋਨਟਰੀ ਫੰਡ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਔਰ ਇਹ ਤਾਂ ਵਰਕ ਕੀ ਆ, ਇਹ ਇੰਟਰਨੈਸ਼ਨਲੀ ਤਰੀਕੇ ਨਾਲ ਕੀ ਕਰਦੀ ਆ, ਜੇ ਟ੍ਰੇਡ ਆ ਤੁਹਾਡਾ, ਟ੍ਰੇਡ ਵਗੈਰਾ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਲੋਨ ਪ੍ਰੋਵਾਈਡ ਕਰਦਾ ਕੌਣ, IMF ਯਾਨੀ ਕਿ ਇੰਟਰਨੈਸ਼ਨਲ ਮੋਨਟਰੀ ਫੰਡ। ਇਸ ਤੋਂ ਬਾਅਦ ਜਿਹੜਾ IBRD ਆ, ਇਹ ਸਟੈਂਡ ਕਿਹਦੇ ਲਈ ਕਰਦਾ, ਇਹ ਸਟੈਂਡ ਕਰਦਾ ਸੀ ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਇਹ ਸਟੈਂਡ ਕਰਦਾ ਸੀ ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਔਰ ਬਾਅਦ ਦੇ ਵਿੱਚ ਜਿਹੜਾ IBRD ਆ, ਇਸੇ ਨੂੰ ਅਸੀਂ ਜਾਣਨ ਲੱਗ ਗਏ ਵਰਲਡ ਬੈਂਕ ਦੇ ਨਾਮ ਨਾਲ। ਪਹਿਲਾਂ ਅਸੀਂ ਇਹਨੂੰ ਵਰਲਡ ਬੈਂਕ ਨਹੀਂ, ਪਹਿਲਾਂ ਜਦੋਂ ਇਹਦੀ ਫਾਰਮੇਸ਼ਨ ਹੋਈ ਸੀ ਉਦੋਂ ਇਹ ਕੀ ਸੀ, IBRD। ਤਾਂ ਵਰਲਡ ਬੈਂਕ ਕਦੋਂ ਬਣਿਆ ਫਿਰ, ਜਦੋਂ IBRD ਪਲੱਸ IDA 1960 ਦੇ ਵਿੱਚ ਦੋਵਾਂ ਨੂੰ ਮਰਜ ਕਰ ਦਿੱਤਾ ਗਿਆ, ਉਸ ਤੋਂ ਬਾਅਦ ਫਾਰਮੇਸ਼ਨ ਹੁੰਦਾ ਵਰਲਡ ਬੈਂਕ ਦਾ। ਹੁਣ ਜਿਹੜਾ IDA ਮੈਂ ਬੋਲਿਆ ਉਹ ਕੀ ਸੀ, ਉਹ ਸੀ ਇੰਟਰਨੈਸ਼ਨਲ। ਦੇਖੋ ਇਹਦੇ ਵਿੱਚ 1960 ਦੇ ਵਿੱਚ ਮਰਜ ਕਰ ਦਿੱਤਾ ਗਿਆ IDA ਨੂੰ, ਯਾਨੀ ਕਿ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ, ਮਤਲਬ ਸੌਫਟ ਲੋਨ ਵਿੰਡੋ ਦੇ ਲਈ ਸੀਗਾ ਇਹ ਵਾਲਾ। ਤਾਂ ਇਹਨਾਂ ਦੋਨਾਂ ਨੂੰ ਜਦੋਂ ਮਰਜ ਕਰਤਾ, ਫਿਰ ਉਸ ਤੋਂ ਬਾਅਦ ਫਾਰਮੇਸ਼ਨ ਹੋ ਗਿਆ ਵਰਲਡ ਬੈਂਕ ਦਾ। ਤਾਂ ਹੁਣ ਇਹ ਦੋਨਾਂ ਦਾ ਜਿਹੜਾ ਫਾਰਮੇਸ਼ਨ ਆ IMF ਔਰ IBRD, ਤਾਂ ਤੁਹਾਨੂੰ ਜੇ ਆ ਜਾਏ, ਇਹਨਾਂ ਦੋਨਾਂ ਨੂੰ ਕਿਹਾ ਜਾਂਦਾ ਟਵਿਨਸ ਆਫ ਬ੍ਰੈਟਨ ਵੁੱਡ। ਕਿਉਂ? ਕਿਉਂਕਿ ਇੱਕ ਸੰਮੇਲਨ, ਇੱਕ ਕਾਨਫਰੰਸ ਦੇ ਵਿੱਚ ਦੋਨਾਂ ਦੀ ਫਾਰਮੇਸ਼ਨ ਆ ਜਿਹੜੀ ਹੋ ਰਹੀ ਆ। ਔਰ ਦੋਨਾਂ ਦੇ ਜਿਹੜੇ ਹੈੱਡਕੁਆਟਰਸ ਨੇ ਉਹ ਤੁਹਾਨੂੰ ਮਿਲਣਗੇ USA ਦੀ ਕੈਪੀਟਲ ਯਾਨੀ ਕਿ ਵਾਸ਼ਿੰਗਟਨ DC ਦੇ ਵਿੱਚ। ਔਰ ਬਾਕੀ ਇਹਨਾਂ ਦੇ ਮੈਂਬਰ ਨੇ ਜਾਂ ਹੋਰ ਬਹੁਤ ਕੁਛ ਆ ਉਹ ਸੇਮ ਆ। ਸੋ ਦੈਟਸ ਵਾਈ ਇਹਨਾਂ ਨੂੰ ਕਿਹਾ ਜਾਂਦਾ ਟਵਿਨਸ ਆਫ ਬ੍ਰੈਟਨ ਵੁੱਡ। ਹੋਪ ਸੋ ਤੁਹਾਨੂੰ ਇੰਨੇ ਕੁ ਫੈਕਟ ਨੇ ਜਿਹੜੇ ਇਹ ਬਿਲਕੁਲ ਕਲੀਅਰ ਹੋ ਗਏ ਹੋਣਗੇ। ਬਾਕੀ ਬੱਚੇ ਸਕਰੀਨਸ਼ਾਟ ਕਰਨਾ ਤੁਸੀਂ ਸਕਰੀਨਸ਼ਾਟ ਕਰ ਸਕਦੇ ਹੋ। ਵੈਸੇ ਅਸੀਂ ਰਿਕਮੈਂਡ ਕਰਾਂਗੇ ਕਿ ਤੁਸੀਂ ਆਪਣਾ ਕਾਪੀ ਪੈਨ ਨਾਲ ਲੈ ਕੇ ਬੈਠਿਆ ਕਰੋ। ਤਾਂ ਜਿਹੜੇ ਬੱਚੇ ਨੋਟ ਨਹੀਂ ਕਰ ਰਹੇ ਤਾਂ ਬੱਚੇ ਪਲੀਜ਼ ਤੁਸੀਂ ਇਹਨੂੰ ਨੋਟ ਜ਼ਰੂਰ ਕਰਨਾ, ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਰਿਵੀਜ਼ਨ ਕਰਨੀ ਆਸਾਨ ਹੋ ਜੇ। ਕਿਉਂਕਿ ਤੁਸੀਂ ਜਦੋਂ ਮੈਂ ਤੁਹਾਨੂੰ ਬੋਲ ਰਿਹਾ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਇਹਨੂੰ ਲਿਖਿਆ ਕਰੋ, ਤਾਂ ਤੁਹਾਨੂੰ ਬਾਅਦ ਦੇ ਵਿੱਚ ਇਹ ਰਿਵਾਈਜ਼ ਕਰਨਾ ਈਜ਼ੀ ਹੋ ਜਾਂਦਾ। ਇਸ ਤੋਂ ਬਾਅਦ ਦੇਖੋ ਬੱਚੇ, ਮੈਂ ਵੈਸੇ ਤੁਹਾਨੂੰ ਪਹਿਲਾਂ ਇੱਕ ਸਿੰਪਲ ਚੀਜ਼ ਆ ਜੋ ਸਮਝਾ ਦਿੰਦਾ, ਉਸ ਤੋਂ ਬਾਅਦ ਜਿੰਨਾ ਬੱਚੇ ਆਪਣੇ ਕੋਲੇ ਕੰਟੈਂਟ ਹੈਗਾ PDF ਫਾਰਮ ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਸ਼ੋਅ ਕਰ ਦੂੰਗਾ। ਦੇਖੋ ਬੱਚੇ, ਆਪਾਂ ਗੱਲ ਕਰ ਰਹੇ ਹਾਂ ਇੱਥੇ IMF ਇੰਟਰਨੈਸ਼ਨਲ ਮੋਨਟਰੀ ਫੰਡ ਦੇ ਬਾਰੇ। ਵਰਲਡ ਬੈਂਕ ਵਾਲਾ ਮੈਂ ਤੁਹਾਨੂੰ ਇੱਕ ਫੈਕਟ ਦੱਸਿਆ, ਉਹਨੂੰ ਵੀ ਆਪਾਂ ਕਵਰ ਕਰਵਾਵਾਂਗੇ ਤੁਹਾਨੂੰ। ਦੇਖੋ IMF ਇੰਟਰਨੈਸ਼ਨਲ ਮੋਨਟਰੀ ਫੰਡ, ਇਹਦਾ ਮੈਂਬਰ ਹੋਣ ਦੇ ਲਈ ਇੱਕ ਸ਼ਰਤ ਸੀ ਵੀ UN ਦਾ ਮੈਂਬਰ ਹੋਵੇ ਨਾ ਹੋਵੇ, ਬਟ IBRD ਜਿਹਦੀ ਆਪਾਂ ਗੱਲ ਕਰੀਏ ਇਹਦਾ ਮੈਂਬਰ ਹੋਣਾ ਜ਼ਰੂਰੀ ਆ। ਠੀਕ ਆ, ਇਹਦਾ ਮੈਂਬਰ ਹੋਣਾ ਜ਼ਰੂਰੀ ਆ ਜੇ IMF ਦਾ ਮੈਂਬਰ ਬਣਨਾ। ਜਿਹੜੀ ਬ੍ਰੈਟਨ ਵੁੱਡ ਕਾਨਫਰੰਸ ਹੋਈ ਸੀ ਉਹਦੇ 'ਚ US ਡਾਲਰ ਸੀ, ਉਹਨੂੰ ਵਰਲਡ ਕੀ ਕਰੰਸੀ ਬਣਾਇਆ ਗਿਆ। ਤਾਂ ਇਹ ਵੀ ਤੁਹਾਨੂੰ ਕਈ ਵਾਰ ਆ ਜਾਂਦਾ ਕੁਐਸਚਨ ਕਿ ਬ੍ਰੈਟਨ ਵੁੱਡ ਕਾਨਫਰੰਸ ਜਦ ਹੋਈ ਉਹਦੇ ਵਿੱਚ ਕਿਹੜੀ ਕਰੰਸੀ ਨੂੰ ਵਰਲਡ ਕੀ ਕਰੰਸੀ ਆ ਜਿਹੜਾ ਉਹ ਬਣਾਇਆ ਗਿਆ, ਤਾਂ ਉਹਦੇ 'ਚ ਬਣਾਇਆ ਗਿਆ ਸੀ US ਡਾਲਰ ਨੂੰ। ਤੇ IMF ਜੇ ਤੁਹਾਨੂੰ ਆ ਜਾਏ 1944 ਦੇ ਵਿੱਚ ਇਹਦੀ ਫਾਰਮੇਸ਼ਨ ਹੁੰਦੀ ਆ। 27 ਦਸੰਬਰ 1945 ਦੇ ਵਿੱਚ ਆਪਰੇਸ਼ਨ ਸਟਾਰਟ ਕਰ ਦਿੰਦੀ ਆ ਇਹ। ਤਾਂ ਬਾਕੀ ਦੇਖੋ ਬੱਚੇ, ਇਹਦੇ 'ਚ ਹੁੰਦਾ ਇੱਕ ਬੋਰਡ ਆਫ ਗਵਰਨਰ। ਮਤਲਬ ਇਹਦੇ 'ਚ ਕੀ ਹੁੰਦਾ, ਜਿੰਨੇ ਇਹਦੇ 'ਚ ਕੰਟਰੀਜ਼ ਹੁੰਦੀਆਂ ਨੇ ਸਾਰੀਆਂ ਕੰਟਰੀਆਂ ਦੇ ਆਪਦੇ ਦੋ ਮੈਂਬਰ ਜਾਂ ਗਵਰਨਰ ਹੁੰਦੇ ਆ। ਠੀਕ ਆ, ਹਰੇਕ ਦੇਸ਼ ਦੇ ਮੈਂਬਰ ਦੇਸ਼ ਦੇ ਦੋ ਗਵਰਨਰ ਹੁੰਦੇ ਆ, 1+1। ਹੁਣ ਤੁਸੀਂ ਕਹੋਗੇ ਵੀ ਸਰ 1+1 ਦਾ ਕੀ ਚੱਕਰ ਹੈ ਇੱਥੇ। ਦੇਖੋ ਬੱਚੇ, ਜਿਹੜਾ ਇੱਕ ਆਹ ਵਾਲਾ ਗਾ, ਇੱਕ ਆਹ ਵਾਲਾ, ਇਹ ਤਾਂ ਹੈਗਾ ਐਕਸ ਓਫੀਸ਼ੀਓ। ਪਹਿਲੇ ਨੂੰ ਕੀ ਬੋਲਦੇ ਹਾਂ ਅਸੀਂ, ਐਕਸ ਓਫੀਸ਼ੀਓ। ਔਰ ਜਿਹੜਾ ਸੈਕੰਡ ਵਨ ਆ ਇਹ ਹੈਗਾ ਅਲਟਰਨੇਟ। ਜਿਹੜਾ ਦੂਸਰਾ ਗਾ ਉਹ ਕੀ ਆ, ਉਹ ਹੈਗਾ ਅਲਟਰਨੇਟ। ਤਾਂ ਦੋਨੋਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਤਾਂ ਹੁਣ ਮੈਂ ਤੁਹਾਨੂੰ ਇਹਦਾ ਦੱਸਦਾ ਬੱਚੇ ਕੀ ਚੀਜ਼ ਆ। ਜਿਹੜਾ ਤਾਂ ਐਕਸ ਓਫੀਸ਼ੀਓ ਹੁੰਦਾ, ਇਹ ਤਾਂ ਕਿਸੇ ਕੰਟਰੀ ਦਾ ਜਿਹੜਾ ਵਿੱਤ ਮੰਤਰੀ ਆ ਉਹ ਵਾਲੇ ਹੋਣਗੇ। ਜਿਹੜੇ ਅਲਟਰਨੇਟ ਹੁੰਦੇ ਆ ਇਹ ਹੁੰਦੇ ਨੇ RBI ਦੇ, ਜਿਵੇਂ ਆਪਾਂ ਇੰਡੀਆ ਦੇ ਰਿਸਪੈਕਟ ਦੇ ਵਿੱਚ ਗੱਲ ਕਰ ਰਹੇ ਹਾਂ ਤਾਂ ਕੇਂਦਰੀ ਬੈਂਕ ਦੇ ਵੱਲੋਂ ਆਪਣੇ RBI ਦੇ ਗਵਰਨਰ। ਕਲੀਅਰ ਆ।
ਤਾਂ ਇਹ ਚੀਜ਼ ਬੱਚੇ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੂਗਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿਪ ਕੀਤੇ ਤੁਸੀਂ ਦੇਖਿਓ ਤਾਂ ਤੁਹਾਨੂੰ IMF 100% ਗਰੰਟੀ ਨਾਲ ਕਹਿ ਰਹੇ ਹਾਂ ਕਿ ਤੁਹਾਨੂੰ IMF ਦੁਬਾਰਾ ਪੜ੍ਹਨ ਦੀ ਲੋੜ ਆ ਨਹੀਂ ਪਊਗੀ। ਤਾਂ ਇਹਦੇ 'ਚ ਕੀ ਹੁੰਦਾ, ਬੋਰਡ ਆਫ ਗਵਰਨਰ ਹੁੰਦਾ, ਠੀਕ ਆ। ਹਰੇਕ ਦੇਸ਼ ਦੇ ਮੈਂਬਰ ਜਾਂ ਜਿਹੜੇ ਇਹਦੇ ਮੈਂਬਰ ਦੇਸ਼ ਨੇ ਉਹਨਾਂ ਦੇ ਵਿੱਚੋਂ 1+1 2 ਜਿਹੜੇ ਮੈਂਬਰ ਨੇ ਉਹ ਗਵਰਨਰ ਦੇ ਰੂਪ ਦੇ ਵਿੱਚ ਲਏ ਜਾਂਦੇ ਆ। ਇੱਕ ਐਕਸ ਆਫੀਸ਼ੀਓ ਜਿਹੜਾ ਕਿ ਵਿੱਤ ਮੰਤਰੀ ਹੁੰਦਾ, ਇੱਕ ਉਹਨਾਂ ਦਾ ਅਲਟਰਨੇਟ ਯਾਨੀ ਕਿ RBI ਦਾ ਗਵਰਨਰ ਹੁੰਦਾ। ਹੁਣ ਜਿਹੜਾ ਬੋਰਡ ਆਫ ਗਵਰਨਰ ਆ ਇਹਨੂੰ ਐਡਵਾਈਜ਼ ਕਰਨ ਦੇ ਲਈ 2 ਕਮੇਟੀਆਂ ਹੁੰਦੀਆਂ ਨੇ, 2 ਕਮੇਟੀਆਂ ਫॉर ਐਡਵਾਈਜ਼ਡ ਕਿਹਨੂੰ, ਬੋਰਡ ਆਫ ਗਵਰਨਰਸ ਨੂੰ। ਹੁਣ ਇਹ ਕਮੇਟੀਆਂ ਕਿਹੜੀਆਂ ਨੇ, ਇੱਕ ਤਾਂ ਹੈਗੀ ਆ IM ਯਾਨੀ ਕਿ ਇੰਟਰਨੈਸ਼ਨਲ ਮੋਨਿਟਰੀ ਐਂਡ ਫਾਈਨੈਂਸ਼ੀਅਲ ਕਮੇਟੀ, ਇੱਕ ਤਾਂ ਇਹ ਵਾਲੀ ਕਮੇਟੀ। ਔਰ ਚਲੋ ਮੈਂ ਇੱਥੇ 1 ਲਿਖ ਦਿੰਦਾ। ਔਰ ਸੈਕੰਡ ਵਨ ਹੈਗੀ ਆ ਡਿਵੈਲਪਮੈਂਟ ਕਮੇਟੀ। ਤਾਂ 2 ਕਮੇਟੀਜ਼ ਨੇ ਜਿਹੜੀਆਂ ਕਿ ਬੋਰਡ ਆਫ ਗਵਰਨਰ ਨੂੰ ਐਡਵਾਈਜ਼ ਕਰਨ ਦੇ ਲਈ ਇਹਦੇ 'ਚ ਫਾਰਮ ਕੀਤੀਆਂ ਜਾਂਦੀਆਂ ਨੇ। ਔਰ ਇਹਦੇ 'ਚ ਡੇ ਬਾਈ ਡੇ ਮੈਨੇਜਮੈਂਟ ਜਿਹੜਾ ਕੀਤਾ ਜਾਂਦਾ, ਠੀਕ ਆ, ਡੇ ਬਾਈ ਡੇ ਮੈਨੇਜਮੈਂਟ ਕੀਤੀ ਜਾਂਦੀ ਆ, ਉਹ ਇਹਨਾਂ ਦੇ ਮੈਨੇਜਿੰਗ ਡਾਇਰੈਕਟਰ ਦੇ ਦੁਆਰਾ ਕੀਤੀ ਜਾਂਦੀ ਆ, ਜਿਹੜਾ ਕਿ ਚੇਅਰਮੈਨ ਹੁੰਦਾ ਬੋਰਡ ਆਫ ਐਗਜ਼ੀਕਿਊਟਿਵ ਦਾ, ਠੀਕ ਆ। ਜਿਹੜਾ ਇਹਨਾਂ ਦਾ ਬੋਰਡ ਆ, ਬੋਰਡ ਆਫ ਐਗਜ਼ੀਕਿਊਟਿਵ ਡਾਇਰੈਕਟਰਸ ਦਾ, ਉਹਦਾ ਜਿਹੜਾ ਚੇਅਰਮੈਨ ਹੁੰਦਾ ਉਹ ਮੈਨੇਜ ਕਰਦਾ ਜਿਹੜੀ ਡੇ ਬਾਈ ਡੇ ਮੈਨੇਜਮੈਂਟ ਹੁੰਦੀ ਆ ਇਹਨਾਂ ਦੀ, ਠੀਕ ਆ। ਤੇ ਜਿਹੜਾ ਇਹਨਾਂ ਦਾ ਬੋਰਡ ਆਫ ਐਗਜ਼ੀਕਿਊਟਿਵ ਆ, ਬੱਚੇ ਦੇਖੋ ਬੋਰਡ ਆਫ ਐਗਜ਼ੀਕਿਊਟਿਵ, ਤਾਂ ਇਹਦੇ 'ਚ ਕਿੰਨੇ ਮੈਂਬਰ ਨੇ, 24 ਮੈਂਬਰ ਹੁੰਦੇ ਆ। ਤਾਂ ਇਹ ਚੁਣੇ ਜਾਂਦੇ ਆ ਜਾਂ ਅਪੁਆਇੰਟ ਕੀਤੇ ਜਾਂਦੇ ਆ, ਕੁਛ ਵੀ ਕੀਤੇ ਜਾਣ, ਜਿਹੜੇ ਇਹਦੇ 'ਚ ਮੈਂਬਰ ਦੇਸ਼ ਹੁੰਦੇ ਆ ਤਾਂ ਉਹ ਸਾਰੇ ਆਪਣੇ ਵਿੱਚੋਂ ਮਤਲਬ ਕਿ ਇਹਨਾਂ ਦੀ ਚੋਣ ਆ ਜਿਹੜੀ ਉਹ ਕਰ ਲੈਂਦੇ ਆ। ਤਾਂ ਬੱਚੇ ਦੇਖੋ, ਇੱਕ ਮੈਂ ਤੁਹਾਨੂੰ ਡੇਟਾ ਦੱਸ ਰਿਹਾ, ਇੱਕ ਆਪਣੇ ਸੀ ਅਰਵਿੰਦ ਵੀਰਮਨੀ, ਤਾਂ ਉਹ ਨਾਲ ਹੀ ਆਪਣੇ ਇੰਡੀਆ ਦੇ ਨਾਲ ਸ੍ਰੀਲੰਕਾ, ਭੂਟਾਨ ਪਲੱਸ ਬੰਗਲਾਦੇਸ਼, ਤਿੰਨੇ ਤੇ ਚੌਥਾ ਆਪਣਾ ਇੰਡੀਆ, ਤੇ ਉਹਨਾਂ ਸਾਰਿਆਂ ਦੇ ਰਿਪਰੈਜ਼ੈਂਟੇਟਿਵ ਸੀਗੇ। ਔਰ ਇਹਦੇ 'ਚ ਜਿਹੜਾ ਭਾਰਤ ਦਾ ਕੋਟਾ ਸੀਗਾ, ਚਲੋ ਇੱਥੇ ਕਰਦੇ ਆਪਾਂ, ਠੀਕ ਆ। ਆਪਾਂ ਹੁਣ ਗੱਲ ਕਰੀਏ ਇੰਡੀਆ ਦਾ ਜਿਹੜਾ ਇਹਦੇ 'ਚ ਕੋਟਾ ਗਾ, ਤਾਂ ਹੁਣ ਇਹਦੇ 'ਚ IMF ਆਪਦਾ ਜਿਹੜਾ ਕੋਟਾ ਸਿਸਟਮ ਆ ਉਹ 5 ਸਾਲ ਬਾਅਦ ਰਿਵਿਊ ਕਰਦਾ। IMF ਕਿੰਨੇ ਸਾਲ ਬਾਅਦ ਕਰਦਾ, 5 ਸਾਲ ਬਾਅਦ ਇਹਦਾ ਜਿਹੜਾ ਕੋਟਾ ਸਿਸਟਮ ਆ ਉਹ ਰਿਵਿਊ ਕਰਦਾ। ਜਿਵੇਂ ਕਿ ਹੁਣ ਇਹਨੇ ਕੀਤਾ ਸੀਗਾ 2022 ਦੇ ਵਿੱਚ ਕੀਤਾ, ਤੇ ਅਗਲੀ ਵਾਰੀ 2027 ਦੇ ਵਿੱਚ ਰਿਵਿਊ ਕੀਤਾ ਜਾਊਗਾ ਕਿਹੜੀ ਕਰੰਸੀ ਦੀ ਵੈਲਿਊ ਘਟਾਉਣੀ ਵਧਾਉਣੀ ਆ, ਵੇਟੇਜ ਆ ਜਿਹੜੀ ਘਟਾਉਣੀ ਵਧਾਉਣੀ ਆ। ਤਾਂ ਇਹਦੇ 'ਚ ਦੇਖੋ ਬੱਚੇ 2010 ਦੇ ਵਿੱਚ ਇਦੋਂ ਪਹਿਲਾਂ ਇਹਨਾਂ ਨੇ ਕਰਤਾ ਸੀ, ਤਾਂ ਭਾਰਤ ਨੇ ਉਦੋਂ ਕਿਹਾ ਸੀ 2010 ਦੇ ਵਿੱਚ ਕਿ ਸਾਡਾ ਕੋਟਾ ਜਿਹੜਾ ਉਹਨੂੰ ਤੁਸੀਂ ਵਧਾਓ। ਤਾਂ ਭਾਰਤ ਦਾ ਕੋਟਾ ਫਿਰ ਵਧਾਇਆ, ਪਰ ਇਕੱਲੇ ਭਾਰਤ ਦਾ ਨਹੀਂ ਵਧਿਆ, ਨਾਲ ਇਹਦੇ 'ਚ 3 ਕੌਂਸਟੀਟੂਐਂਸੀ ਦੇਸ਼ ਸੀਗੇ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰਕੇ ਹਟੇ ਹਾਂ, ਸ੍ਰੀਲੰਕਾ, ਭੂਟਾਨ, ਬੰਗਲਾਦੇਸ਼। ਤਾਂ ਭਾਰਤ ਦਾ ਜਿਹੜਾ ਸ਼ੇਅਰ ਸੀਗਾ ਪਹਿਲਾਂ ਸੀਗਾ 2.44%, ਫਿਰ ਇਸ ਤੋਂ ਬਾਅਦ ਜਿਹੜਾ ਇਨਕਰੀਜ਼ ਕੀਤੀ ਗਈ ਵੈਲਿਊ ਉਹ ਹੋ ਗਈ 2.76%। ਓਕੇ, ਤਾਂ ਇਹ ਸੀ। ਇਸ ਤੋਂ ਪਹਿਲਾਂ ਇੰਡੀਆ ਸੀਗਾ ਜਿਹੜਾ ਉਹ 11ਵੇਂ ਰੈਂਕ ਤੇ ਆਉਂਦਾ ਸੀ, ਫਿਰ ਇਸ ਤੋਂ ਬਾਅਦ ਇਹ 8ਵੇਂ ਰੈਂਕ ਤੇ ਆ ਗਿਆ। ਇਸ ਤੋਂ ਬਾਅਦ ਇੰਡੀਆ 8ਵੇਂ ਰੈਂਕ ਤੇ ਇਹਦੇ 'ਚ ਆਉਣ ਲੱਗ ਗਿਆ। ਦੇਖੋ ਪਹਿਲਾਂ SDR ਭਾਰਤ ਦਾ ਹੁੰਦਾ ਸੀਗਾ, ਜੇ ਆਪਾਂ ਮਿਲੀਅਨ ਦੇ ਵਿੱਚ ਗੱਲ ਕਰੀਏ 5821.5 ਮਿਲੀਅਨ, ਇਦੋਂ ਬਾਅਦ ਵੱਧ ਕੇ ਹੋ ਗਿਆ 13114.4 ਮਿਲੀਅਨ। ਜੇ USA ਦੇ ਡਾਲਰ ਦੇ ਵਿੱਚ ਗੱਲ ਕਰੀਏ ਤਾਂ 11.5 ਬਿਲੀਅਨ। ਓਕੇ, ਜੇ ਆਪਾਂ ਇੰਡੀਆ ਦੇ ਵਿੱਚ ਆਪਣੇ ਮਤਲਬ ਕਿ ਭਾਰਤੀ ਰੁਪੀਜ਼ ਦੇ ਵਿੱਚ, ਇੰਡੀਅਨ ਰੁਪੀਜ਼ ਦੇ ਵਿੱਚ ਗੱਲ ਕਰੀਏ ਤਾਂ ਉਹ ਹੋ ਗਏ ਸਾਡੇ 50,000 ਕਰੋੜ ਰੁਪਈਆ। ਤਾਂ ਇਹ ਸੀ। ਔਰ ਇਹਦੇ ਵਿੱਚੋਂ ਜਿਹੜੀ ਇੰਡੀਆ ਦੀ ਮਤਲਬ ਕਿ ਜੇ ਆਪਾਂ ਕਹੀਏ ਇਹਨੂੰ ਸਾਰੇ ਨੂੰ ਆਪਾਂ 100% ਮੰਨ ਲਈਏ, ਲੈਟ ਕਰ ਲਈਏ, ਦੈਨ ਇਹਦੇ ਵਿੱਚੋਂ 25% ਤਾਂ ਹੈਗਾ ਜਿਹੜਾ ਉਹ ਕੈਸ਼ ਦੇ ਰੂਪ ਦੇ ਵਿੱਚ ਆ, ਔਰ 75 ਜਿਹੜਾ ਉਹ ਸਾਡੇ ਕੋਲ ਸਿਕਿਉਰਿਟੀਜ਼ ਦੇ ਰੂਪ ਦੇ ਵਿੱਚ ਆ। ਬਾਕੀ ਬੱਚੇ ਜਿਹੜਾ ਇਹਦੇ 'ਚ ਪੈਸਾ ਹੁੰਦਾ ਉਹ ਪੈਸਾ ਤਾਂ ਆਪਾਂ ਇੱਕ ਤਰ੍ਹਾਂ ਦਾ ਇਨਵੈਸਟ ਕੀਤਾ ਹੁੰਦਾ, ਉਹ ਤਾਂ ਆਪਣਾ ਉਹਦੇ 'ਚ ਖਰਾ ਪਿਆ। ਪਰ ਉਹਦੇ 'ਚ ਇਹ ਹੁੰਦਾ ਵੀ ਜਦੋਂ ਆਪਾਂ ਉਹਦੇ 'ਚ ਪੈਸਾ ਲਾ ਰਹੇ ਹਾਂ, ਜਦੋਂ ਸਾਨੂੰ ਲੋਨ ਚਾਹੀਦਾ, ਜੇ ਅੱਜ ਅਸੀਂ ਉਹਦੇ 'ਚ 10 ਰੁਪਏ ਇਨਵੈਸਟ ਕੀਤੇ ਆ ਅਤੇ ਕੱਲ੍ਹ ਨੂੰ ਸਾਨੂੰ ਲੋੜ ਪੈਂਦੀ ਆ, ਸਾਨੂੰ ਲੋੜ ਪੈ ਗਈ 30 ਰੁਪਏ ਦੀ, ਤਾਂ ਉਹਦੇ 'ਚ ਸਾਨੂੰ ਉਹ 10 ਰੁਪਏ ਤਾਂ ਸਾਡੇ ਮੁੜ ਰਹੇ ਆ, ਬਟ 20 ਰੁਪਏ ਸਾਨੂੰ ਉਹ ਲੋਨ ਦੇ ਰੂਪ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਆ। ਤਾਂ ਕਰਕੇ ਇਹਦੇ 'ਚ ਜਿਹੜੇ ਇਹਦੇ 'ਚ ਮੈਂਬਰ ਦੇਸ਼ ਨੇ ਉਹਨਾਂ ਨੂੰ ਲੋਨ ਮਿਲਦਾ। ਕਲੀਅਰ ਆ? ਤਾਂ ਹੁਣ ਦੇਖੋ ਇਹਦੇ 'ਚ ਜਿਹੜੇ ਲੋਨ ਲੈਣ ਦੇ ਲਈ ਕੀ ਹੁੰਦਾ, ਲੋਨ ਲੈਣ ਦੇ ਲਈ EFF ਜਾਨੀ ਕਿ ਐਕਸਟੈਂਡਡ ਫੰਡ ਫੈਸਿਲਿਟੀ ਆ ਜਿਹੜੀ ਉਹ ਸਾਈਨ ਕਰਨੀ ਪੈਂਦੀ ਆ, ਅਤੇ ਭਾਰਤ ਨੇ ਇਹਨੂੰ 1981
82 ਦੇ ਵਿੱਚ ਹੀ ਸਾਈਨ ਆ ਜਿਹੜਾ ਉਹ ਕਰ ਲਿਆ ਸੀ। ਇਹ ਕਾਹਦੇ ਲਈ ਆ? ਅਗਰ ਅਸੀਂ IMF ਤੋਂ ਲੋਨ ਲੈਣਾ ਤਾਂ ਸਾਈਨ ਕਰਨਾ ਪੈਂਦਾ ਸਾਨੂੰ। ਤਾਂ ਪਹਿਲਾਂ ਲੋਨ ਬੈਲੈਂਸ ਆਫ ਪੇਮੈਂਟ ਦੇ ਲਈ 1981 ਤੋਂ 84 ਤੱਕ ਉਦੋਂ ਲੈ ਚੁੱਕਿਆ ਇੰਡੀਆ। ਇਹਨਾਂ ਦੇ ਬਾਰੇ ਹੁਣ ਆਪਾਂ ਨੂੰ ਫਿਗਰ ਯਾਦ ਨਹੀਂ ਕਰਨੇ ਆਪਾਂ ਵੀ ਕਿੰਨਾ ਕਿੰਨਾ ਲੋਨ ਆ ਜਿਹੜਾ ਲਿਆ, ਮਤਲਬ ਕਿ ਬਿਲੀਅਨਸ ਦੇ ਵਿੱਚ ਸੀਗਾ। ਫਿਰ 1991 ਦੇ ਵਿੱਚ ਲਿਆ ਜਦੋਂ ਆਪਾਂ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਆਇਆ ਸੀਗਾ, ਕਿਉਂਕਿ ਆਪਾਂ LPG ਮਾਡਲ ਆਪਾਂ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਨੇ LPG ਮਾਡਲ, ਰਿਕਮੈਂਡੇਸ਼ਨ ਕਿਹਦੀਆਂ ਸੀ? IMF ਦੀਆਂ। ਡਨ। ਇਸ ਤੋਂ ਬਾਅਦ ਜਿੰਨਾ ਇੰਡੀਆ ਦੇ ਉੱਤੇ ਡੈਟ ਹੈਗਾ ਸੀਗਾ ਜਾਂ ਲੋਨ ਸੀਗਾ, ਤਾਂ ਇਹਨੇ ਸਤੰਬਰ 2002 ਤੱਕ ਸਾਰਾ ਜਿਹੜਾ ਆਪਦਾ ਪੈਸਾ ਸੀਗਾ ਉਹ ਲੋਨ ਚੁਕਾਤਾ, ਕਿਉਂਕਿ ਉਦੋਂ ਸਾਡਾ ਬੈਲੈਂਸ ਆਫ ਪੇਮੈਂਟ ਸੀਗਾ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਸੀ। ਤਾਂ ਇਸ ਤੋਂ ਬਾਅਦ ਸੌਰੀ ਬੱਚੇ, ਤਾਂ ਇਸ ਤੋਂ ਬਾਅਦ ਦੇਖੋ ਜਦੋਂ ਇਹਨੇ ਸਾਰਾ ਲੋਨ ਆਪਦਾ ਕਲੀਅਰ ਕਰਤਾ, ਫਿਰ ਭਾਰਤ ਇਸ ਤੋਂ ਬਾਅਦ FTP ਜਾਣੀ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ ਸ਼ਾਮਲ ਹੋ ਗਿਆ। ਜਿਹੜਾ ਇਹਨਾਂ ਦਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਪਲਾਨ ਆ ਤਾਂ ਉਹਦੇ 'ਚ ਆ ਗਿਆ, ਜਾਣੀ ਕਿ ਕੰਟਰੀਬਿਊਸ਼ਨ ਕਰਨ ਲੱਗ ਗਿਆ ਇੰਡੀਆ। ਕਿਉਂਕਿ ਹੁਣ ਆਪਾਂ ਦੇਖ ਕੇ ਹਟਿਆ ਵੀ ਇੰਡੀਆ ਦਾ ਇਹਦੇ ਵਿੱਚ ਕੀ ਆ, ਕੰਟਰੀਬਿਊਸ਼ਨ ਆ ਜਿਹੜਾ ਇੰਡੀਆ ਦਾ ਵੀ ਇਹਦੇ 'ਚ ਹੈਗਾ। ਤਾਂ ਹੁਣ ਇਹਦੇ 'ਚ ਜਿਹੜਾ ਬੋਰਡ ਆਫ ਗਵਰਨਰ ਸੀ ਆਪਾਂ ਇਹਦੀ ਗੱਲ ਕਰ ਚੁੱਕੇ ਹਾਂ ਕਿ ਇਹਦੇ 'ਚ 2 ਕਮੇਟੀਜ਼ ਨੇ ਜਿਹੜੀਆਂ ਇਹਨੂੰ ਐਡਵਾਈਜ਼ ਕਰਦੀਆਂ ਨੇ। IMFC ਦੇਖੋ ਬੱਚੇ, ਇੱਕ ਤਾਂ ਵਾਲੀ ਕਮੇਟੀ ਆ, ਮੈਂ ਇੱਥੇ ਇਹਨੂੰ ਹਾਈਲਾਈਟ ਕਰ ਦੇਣਾ ਤੁਹਾਨੂੰ ਕਲੀਅਰ ਹੋ ਜੇ। IMF ਐਂਡ ਫਾਈਨੈਂਸ਼ੀਅਲ ਕਮੇਟੀ, ਇੱਕ ਤਾਂ ਆਹ ਵਾਲੀ ਕਮੇਟੀ ਆ ਔਰ ਦੂਸਰੀ ਤੁਹਾਡੀ ਡਿਵੈਲਪਮੈਂਟ ਕਮੇਟੀ ਆ। ਤੇ ਹੁਣ ਇਹਨਾਂ ਦੇ ਬਾਰੇ ਵੀ ਥੋੜਾ ਚਾਨਣ ਪਾ ਦਿੰਦੇ ਆ ਤੁਹਾਨੂੰ। ਇੱਥੇ ਦੇਖੋ ਬੱਚੇ, ਤਾਂ ਜਿਹੜੀ ਤਾਂ IMF ਵਾਲੀ ਆ ਇਹਦੇ 'ਚ ਹੁੰਦੇ ਆ 24 ਮੈਂਬਰ। IMF ਵਾਲੀ ਦੇ ਵਿੱਚ ਕਿੰਨੇ? 24 ਮੈਂਬਰ ਨੇ, ਠੀਕ ਆ। ਜਾਣੀ ਕਿ ਜਿਹੜਾ ਇਹਨਾਂ ਦਾ ਵਿੱਤ ਸਿਸਟਮ ਆ ਪੂਰਾ ਉਹਦੇ 'ਤੇ ਡਿਸਕਸ ਕਰਦੇ ਆ ਇਹ ਵਾਲੀ ਕਮੇਟੀ ਜਿਹੜੀ IMFC ਆ। ਤੇ ਜਿਹੜੀ ਡਿਵੈਲਪਮੈਂਟ ਕਮੇਟੀ ਆ ਇਹ ਜੁਆਇੰਟ ਕਮੇਟੀ ਹੁੰਦੀ ਆ। ਯਾਦ ਰੱਖਣਾ ਵੀ ਇਹਨਾਂ ਦੇ ਵਿੱਚੋਂ ਜਿਹੜੀ ਕਿਹੜੀ ਕਮੇਟੀ ਡਿਵੈਲਪਮੈਂਟ ਵਾਲੀ ਆ ਉਹ ਕਿਹੜੀ ਕਮੇਟੀ ਆ? ਜੁਆਇੰਟ ਕਮੇਟੀ ਆ। ਹੁਣ ਜੁਆਇੰਟ ਕਿਹਦੇ ਨਾਲ ਆ ਇਹ? ਕਿਉਂਕਿ ਇੱਕ ਤਾਂ ਇਹਦੇ 'ਚ IMF ਆ ਔਰ ਪਲੱਸ ਇਹਦੇ 'ਚੋਂ ਵਰਲਡ ਬੈਂਕ ਦੇ ਜਿਹੜੇ ਮੈਂਬਰ ਆ ਉਹ ਵੀ ਸ਼ਾਮਲ ਕੀਤੇ ਜਾਂਦੇ ਆ। ਸੋ ਇਹ ਦੋਨਾਂ ਨੂੰ ਮਿਲਾ ਕੇ ਇੱਕ ਕਮੇਟੀ ਬਣਦੀ ਆ। ਇਹਨੂੰ ਤੁਸੀਂ ਯਾਦ ਰੱਖਣਾ ਵੀ ਡਿਵੈਲਪਮੈਂਟ ਕਮੇਟੀ ਜੁਆਇੰਟ ਕਮੇਟੀ ਹੈਗੀ ਆ। ਜੇ ਹੁਣ SDR ਦੀ ਗੱਲ ਕਰੀਏ ਆਪਾਂ, ਦੇਖੋ ਬੱਚੇ SDR ਦੀ ਗੱਲ ਕਰੀਏ, ਠੀਕ ਆ। ਜੇ ਆਪਾਂ SDR ਦੀ ਗੱਲ ਕਰੀਏ ਤਾਂ SDR ਤੁਹਾਨੂੰ ਕਈ ਵਾਰੀ ਇੱਕ ਸਿੰਪਲ ਕੁਐਸਚਨ ਹੀ ਆ ਜਾਂਦਾ ਵੀ ਜਿਹੜਾ SDR ਆ ਕੀ ਉਹ ਕਰੰਸੀ ਆ? ਤਾਂ SDR ਕੋਈ ਕਰੰਸੀ ਨਹੀਂ ਹੈਗੀ। ਵੈਸੇ ਇਹ ਇੱਕ ਅਕਾਊਂਟ ਦੀ ਯੂਨਿਟ ਆ। ਕੀ ਆ ਇਹ? ਅਕਾਊਂਟ ਦੀ ਯੂਨਿਟ ਆ, ਨਾਟ ਅ ਕਰੰਸੀ, ਠੀਕ ਆ। ਤਾਂ ਇਹੋ ਜਿਹੇ ਕੁਐਸਚਨ ਤੁਹਾਨੂੰ ਆਸਾਨੀ ਦੇ ਨਾਲ ਫਸਾ ਲੈਂਦੇ ਆ ਪੇਪਰ ਦੇ ਵਿੱਚ ਅਗਰ ਤੁਹਾਨੂੰ ਕਨਸੈਪਟ ਆ ਜਿਹੜਾ ਪ੍ਰੋਪਰ ਕਲੀਅਰ ਨਹੀਂ ਹੁੰਦਾ। ਤਾਂ SDR ਕੀ ਆ? ਵਾਸਕਟ ਹੈ 5 ਕਰੰਸੀਜ਼ ਦੀ, ਜਿਵੇਂ ਕਿ ਡਾਲਰ ਆ, ਯੂਰੋ ਆ, ਜਾਪਾਨ ਦਾ ਜੇਨ ਆ, ਪਾਊਂਡ ਆ, ਇੰਗਲੈਂਡ ਦਾ ਔਰ ਚਾਈਨੀਜ਼ ਦਾ ਜੇਨ ਆ, ਯੂਆਨ ਆ ਸੌਰੀ। ਤਾਂ 2016 ਦੇ ਵਿੱਚ ਚੀਨ ਵਾਲੇ ਨੂੰ ਜੋੜਿਆ ਗਿਆ ਸੀ ਔਰ ਇਹ ਰਿਵਿਊ ਕੀਤੀ ਜਾਂਦੀ ਆ ਹਰ 5 ਸਾਲ ਦੇ ਬਾਅਦ। ਔਰ ਜਿਹੜੀ ਵੈਲਿਊ ਕੈਲਕੂਲੇਟ ਕੀਤੀ ਜਾਂਦੀ ਆ, ਵੈਲਿਊ ਇਹਦੀ ਕੈਲਕੂਲੇਟ ਕੀਤੀ ਜਾਂਦੀ ਆ ਡੇਲੀ ਬੇਸਿਸ ਦੇ ਉੱਪਰ। ਤਾਂ ਬੱਚੇ ਹੁਣ ਦੇਖੋ IMF ਔਰ ਵਰਲਡ ਬੈਂਕ ਦੇ ਵਿੱਚ ਡਿਫਰੈਂਸ ਕੀ ਆ? ਜਿਹੜਾ IMF ਆ ਉਹ ਲੋਨ ਦਿੰਦਾ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਦੇ ਲਈ, ਪਰ ਜਿਹੜਾ ਵਰਲਡ ਬੈਂਕ ਆ ਉਹ ਲੋਨ ਦਿੰਦਾ ਡਿਵੈਲਪਮੈਂਟ ਦੇ ਲਈ। ਜਾਣੀ ਕਿ ਐਜੂਕੇਸ਼ਨ ਹੋ ਗਈ ਤੁਹਾਡੀ ਅਤੇ ਆਪਣਾ ਉੱਥੋਂ ਦਾ ਗਰੀਬੀ ਦੂਰ ਕਿਵੇਂ ਕਰਨੀ ਆ, ਭੁੱਖਮਰੀ ਦੂਰ ਕਿਵੇਂ ਕਰਨੀ ਆ। ਤਾਂ ਜੋ ਇਹੋ ਜਿਹੀਆਂ ਡਿਵੈਲਪਮੈਂਟ ਵਾਲੀਆਂ ਚੀਜ਼ਾਂ ਨੇ, ਤਾਂ ਬੱਚੇ ਦੇਖੋ ਇਹਦੇ ਬਾਰੇ ਤੁਹਾਨੂੰ ਮੈਂ ਇੱਕ ਸਿੱਧਾ ਫੈਕਟ ਦੱਸਦਾ ਵੀ ਕੀ ਗੱਲਬਾਤ ਆ। ਬਾਕੀ ਤਾਂ ਤੁਹਾਨੂੰ ਮੈਂ ਸਾਰਾ IMF ਬਾਰੇ ਕਲੀਅਰ ਕਰਤਾ। ਜਦੋਂ ਇਹ ਬਣਾਈਆਂ ਗਈਆਂ ਸੀ ਇਹਨਾਂ ਦੇ ਵਿੱਚ ਚੀਜ਼ ਇਹ ਵਾਲੀ ਸਿਸਟਮ ਇਹਨਾਂ ਦਾ ਸੀਗਾ ਵੀ ਜਿਹੜੇ ਛੋਟੇ ਦੇਸ਼ ਨੇ, ਆਪ ਤੋਂ ਗਰੀਬ ਦੇਸ਼ ਨੇ, ਤੁਸੀਂ ਉਹਨਾਂ ਨੂੰ ਲੋਨ ਦਿਓ, ਠੀਕ ਆ। ਤਾਂ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਵਾ ਦਿਓ ਔਰ ਬਦਲੇ ਦੇ ਵਿੱਚ ਸਿੰਪਲ ਸ਼ਬਦਾਂ ਦੇ ਵਿੱਚ ਬਸ ਇਹ ਸਮਝੋ ਵੀ ਇਹ ਕਹਿੰਦੇ ਆ ਵੀ ਜੇ ਐਜੂਕੇਸ਼ਨ ਦੇ ਉੱਤੇ ਅਸੀਂ ਲਾ ਰਹੇ ਹਾਂ ਤਾਂ ਲੋਕ ਪੜ੍ਹੇ ਲਿਖੇ ਹੋਣਗੇ, ਜ਼ਿਆਦਾ ਬਵਾਲ ਨਹੀਂ ਕਰਨਗੇ। ਔਰ ਅਗਰ ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਗਰੀਬੀ ਆਉਂਦੀ ਆ ਦੈਨ ਉੱਥੇ ਜਿਹੜੇ ਨੇ ਮਤਲਬ ਕਿ ਜਿਹੜੇ ਟੈਰਰਿਸਟ ਹੁੰਦੇ ਆ ਉਹ ਕਿਹੜੇ ਦੇਸ਼ਾਂ ਦੇ ਵਿੱਚ ਜ਼ਿਆਦਾ ਹੁੰਦੇ ਆ, ਜ਼ਿਆਦਾ ਭੁੱਖਮਰੀ ਹੋਊਗੀ ਤਾਂ ਅੱਤਵਾਦੀ ਜਾਂ ਕੋਈ ਆਪਣਾ ਗਲਤ ਕੰਮਾਂ ਵਾਲੇ ਰਾਹ 'ਤੇ ਪੈਂਦਾ। ਦੈਨ ਉਹ ਬਸ ਇਹੀ 2-3 ਕਾਰਨ ਹੁੰਦੇ ਆ, ਗਰੀਬੀ, ਭੁੱਖਮਰੀ
ਜਾਂ ਐਜੂਕੇਸ਼ਨ ਦੀ ਘਾਟ ਹੋਵੇ ਤਾਂ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ। ਸੋ ਇਹਨਾਂ ਨੂੰ ਡਿਵੈਲਪ ਕਰਨ ਦੇ ਉੱਪਰ ਵਰਲਡ ਬੈਂਕ ਦਾ ਜ਼ਿਆਦਾ ਫੋਕਸ ਹੁੰਦਾ ਕਿ ਇਹਨਾਂ ਨੂੰ ਕੀਤਾ ਜਾਵੇ ਤਾਂ ਜੋ ਕਿਸੇ ਦੇ ਉੱਤੇ ਇਹ ਸਥਿਤੀ ਨਾ ਆਵੇ ਔਰ ਸਾਰੇ ਮਤਲਬ ਇੱਕ ਵਧੀਆ ਜਿਹੜਾ ਸਟੈਂਡਰਡ ਲਾਈਫ ਆ ਉਹ ਸਭ ਦਾ ਇੱਕ ਬੈਸਟ ਹੋ ਸਕੇ। ਤਾਂ ਬੱਚੇ IMF ਦੇ ਬਾਰੇ ਇਹ ਤੁਹਾਡੇ ਬੇਸਿਕ ਫੈਕਟ ਸੀਗੇ। ਔਰ ਜਿਹੜਾ ਇਹਦੇ ਵਿੱਚੋਂ ਆਪਾਂ ਕੁਐਸਚਨ ਕਿਹਾ ਸੀ ਆਪਣਾ ਗਲੋਬਲ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਆ ਜਿਹੜੀ ਉਹ ਕਿਸ ਦੁਆਰਾ ਕੀਤੀ ਜਾਂਦੀ ਸੀ, ਉਹ IMF ਯਾਨੀ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਦੁਆਰਾ ਜਿਹੜੀ ਉਹ ਕੀਤੀ ਜਾਂਦੀ ਆ। ਤਾਂ ਦੂਸਰੇ ਕੁਐਸਚਨ ਦਾ ਆਨਸਰ ਬੱਚੇ ਟੈਲੀਗ੍ਰਾਮ ਉੱਪਰ ਪ੍ਰੋਵਾਈਡ ਕਰਵਾਇਆ ਜਾਊਗਾ ਔਰ ਜਿਨ੍ਹਾਂ ਨੇ ਟੈਲੀਗ੍ਰਾਮ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਨੂੰ ਜੁਆਇਨ ਜ਼ਰੂਰ ਕਰਿਓ। ਔਰ ਬੱਚੇ ਇਹਨੂੰ ਤੁਸੀਂ ਆਪਣੇ ਨੋਟ ਦੇ ਵਿੱਚ ਨੋਟ ਜ਼ਰੂਰ ਕਰੋ। ਆਪਣੇ ਨੋਟਸ ਜਿੱਥੇ ਤੁਸੀਂ IMF ਇਕੋਨਮੀ ਦੇ ਵਿੱਚ ਜਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਕਰ ਰਹੇ ਹੋ ਉੱਥੇ ਤੁਸੀਂ ਇਹਨੂੰ ਕਵਰ ਜ਼ਰੂਰ ਕਰਨਾ। ਔਰ ਨਾਲ ਹੀ ਦੇਖੋ ਜਿਵੇਂ ਆ ਤੁਹਾਡੇ ਕੋਲ ਇੰਨੀ ਵਾਈਟ ਸਕਰੀਨ ਆ, ਠੀਕ ਆ, ਮਤਲਬ ਆਪਣਾ ਪੇਜ ਆ ਤੁਹਾਡਾ ਇੰਨਾ, ਤਾਂ ਇਹਦੇ 'ਚੋਂ ਰਾਈਟ ਸਾਈਡ ਤੋਂ ਇੰਨਾ ਪੇਜ ਤੁਸੀਂ ਵੈਸੇ ਐਕਸਟਰਾ ਛੱਡਣਾ ਹੁੰਦਾ। ਅਗਰ ਜਿਵੇਂ ਕਿ ਹੁਣ ਆਪਾਂ ਕਰੰਟ ਦਾ ਡੇਟਾ ਹੈਗਾ ਇਹਨੂੰ ਐਡ ਕਰਨਾ, ਇਹਦੇ ਲਈ ਤੁਹਾਨੂੰ ਇੰਨੇ ਫੈਕਟ ਨੇ ਜਿਹੜੇ ਇਹ ਸਾਈਡ 'ਤੇ ਛੱਡਣੇ ਜ਼ਰੂਰੀ ਹੁੰਦੇ ਆ ਤਾਂ ਜੋ ਤੁਸੀਂ ਜਦੋਂ ਵੀ ਕੋਈ ਇੱਧਰ ਆਪਣੇ ਫੈਕਟ ਜਿਹੜੇ ਨੇ ਮਤਲਬ ਕਿ ਪੁਰਾਣੇ ਹਿਸਟਰੀ ਵਾਲੇ ਬੈਕਗਰਾਊਂਡ ਉਹ ਇੱਥੇ ਐਡ ਕਰੋ। ਤਾਂ ਆਹ ਵਾਲੀ ਚੀਜ਼ ਤੁਸੀਂ ਕਰੰਟ ਅਫੇਅਰ ਦੇ ਲਈ ਛੱਡਣੀ ਹੁੰਦੀ ਆ ਤਾਂ ਜੋ ਤੁਸੀਂ ਕਦੇ ਵੀ ਇਹਦੇ ਵਿੱਚ ਕੋਈ ਚੀਜ਼ ਨਵੀਂ ਐਡ ਕਰ ਸਕੋ। ਤਾਂ ਬੱਚੇ ਦੇਖੋ ਆਹ ਵਾਲਾ PDF ਮੈਂ ਤੁਹਾਨੂੰ ਐਕਸਪਲੇਨ ਕਰਤਾ ਆਪਣੀ ਭਾਸ਼ਾ ਦੇ ਅਕੋਰਡਿੰਗਲੀ, ਤਾਂ ਤੁਹਾਨੂੰ ਉਮੀਦ ਕਰਦਾ ਵੀ ਇਹ ਸਮਝ ਵੀ ਲੱਗ ਗਿਆ ਹੋਊਗਾ। ਇਸ ਤੋਂ ਬਾਅਦ ਬੱਚੇ ਦੇਖੋ ਸਾਰੇ ਫੈਕਟ ਆਪਣੇ ਕੋਲ ਹੈ ਵੀ ਨੇ। ਤਾਂ ਆਹ IBRD ਸੀਗਾ। ਇਸ ਤੋਂ ਬਾਅਦ ਬ੍ਰੈਟਨ ਵੁੱਡ ਐਕਸਚੇਂਜ ਰੇਟ ਸਿਸਟਮ ਆ ਜਿਹੜਾ ਕਲੈਪਸ ਕਰ ਗਿਆ ਸੀ 1971 ਦੇ ਵਿੱਚ ਜਦੋਂ ਯੂਨਾਈਟਿਡ ਸਟੇਟਸ ਗਵਰਨਮੈਂਟ ਨੇ ਸਸਪੈਂਡ ਕਰਤਾ ਸੀ ਕਨਵਰਟੇਬਿਲਿਟੀ ਆਫ ਦਾ US ਡਾਲਰ, ਠੀਕ ਆ। ਔਰ ਇਸ ਤੋਂ ਬਾਅਦ ਇਹਨੂੰ ਕਿਹਾ ਜਾਂਦਾ ਨਿਕਸਨ ਸ਼ੌਕ। ਤਾਂ ਬੱਚੇ ਆਹ ਸਟੇਟਮੈਂਟ ਥੋੜੀ ਜਿਹੀ ਇੰਪੋਰਟੈਂਟ ਆ ਵੀ 1971 ਦੇ ਵਿੱਚ ਕਲੈਪਸ ਕਰ ਗਿਆ ਸੀ ਔਰ US ਨੇ ਸਟਾਪ ਕਰਤਾ ਤੇ ਇਹਨੂੰ ਕਿਹਾ ਗਿਆ ਸੀ ਨਿਕਸਨ ਸ਼ੌਕ। ਇਸ ਤੋਂ ਬਾਅਦ ਫਿਰ ਫਲੋਟਿੰਗ ਐਕਸਚੇਂਜ ਰੇਟ ਸਿਸਟਮ ਆ ਜਿਹੜਾ ਹਜੇ ਤੱਕ ਚੱਲ ਰਿਹਾ। ਇਸ ਤੋਂ ਬਾਅਦ ਦੇਖੋ ਬੱਚੇ ਫੋਕਸ ਕਿਹੜੀਆਂ ਚੀਜ਼ਾਂ ਤੇ ਕਰਦਾ, ਵੈਸੇ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੇ ਤੁਸੀਂ ਇਹਨਾਂ ਨੂੰ ਇੱਕ ਵਾਰ ਪੜ੍ਹ ਸਕਦੇ ਹੋ ਵੀ ਇਹ ਕਿਹੜੀਆਂ ਚੀਜ਼ਾਂ ਦੇ ਉੱਪਰ ਬੇਸਿਕਲੀ ਫੋਕਸ ਇਹਨਾਂ ਦਾ ਰਹਿੰਦਾ ਗਾ। ਬਾਕੀ ਇਹਨਾਂ ਦੇ ਆਪਾਂ ਬੋਰਡ ਆਫ ਗਵਰਨੈਂਸ ਦੀ ਗੱਲ ਕਰੀਏ ਤਾਂ ਇਹਦੇ 'ਚ ਕੀ ਹੁੰਦਾ, 1 ਗਵਰਨਰ ਐਂਡ ਇੱਕ ਉਹਦਾ ਅਲਟਰਨੇਟ ਗਵਰਨਰ ਹੁੰਦਾ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਜਿਹੜੇ ਵੀ ਮੈਂਬਰ ਦੇਸ਼ ਹੁੰਦੇ ਆ ਹਰ ਮੈਂਬਰ ਦੇ ਵਿੱਚੋਂ ਅਪੁਆਇੰਟ ਕੀਤੇ ਜਾਂਦੇ ਆ 2 ਗਵਰਨਰਸ। ਤਾਂ ਰਿਸਪੌਂਸੀਬਲ ਕਾਹਦੇ ਲਈ ਹੁੰਦੇ ਆ, ਜੇ ਇਹਨਾਂ ਨੇ ਇਲੈਕਟ ਕਰਨਾ ਹੋਵੇ ਐਗਜ਼ੀਕਿਊਟਿਵ ਡਾਇਰੈਕਟਰ ਟੂ ਦਾ ਐਗਜ਼ੀਕਿਊਟਿਵ ਬੋਰਡ, ਤੇ ਇਹਦੇ 'ਚ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਕਿਹਦੇ 'ਚ ਕੀ ਹੁੰਦਾ। ਬਾਕੀ ਇਹਦੇ 'ਚ ਕੋਟਾ ਇਨਕਰੀਜ਼ ਕਰਨਾ ਜਾਂ SDR ਸਪੈਸ਼ਲ ਡਰਾਇੰਗ ਰਾਈਟਸ ਹੁੰਦੇ ਆ ਐਲੋਕੇਸ਼ਨ ਵਗੈਰਾ, ਤਾਂ ਇਹਦੇ 'ਚ ਜਿਹੜਾ ਕਰਨਾ ਹੁੰਦਾ। ਬਾਕੀ ਬੱਚੇ ਜਿਹੜੀ ਆਪਣਾ SDR ਆ SDR ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ, ਤਾਂ ਉਹ ਤੁਸੀਂ ਦੱਸਣਾ ਕਿ ਇਹਨੂੰ ਕਿਹੜੇ ਨਾਮ ਦੇ ਨਾਲ ਹੋਰ ਜਾਣਿਆ ਜਾਂਦਾ। ਓਕੇ, ਤਾਂ ਇਸ ਤੋਂ ਬਾਅਦ ਜਿਹੜੀਆਂ ਰਿਪੋਰਟਸ ਆਉਂਦੀਆਂ ਨੇ IMF ਦੇ ਦੁਆਰਾ, ਇੱਕ ਤਾਂ ਹੁੰਦੀ ਆ ਗਲੋਬਲ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਔਰ ਦੂਸਰੀ ਹੁੰਦੀ ਆ ਵਰਲਡ ਇਕਨੋਮਿਕ ਆਊਟਲੁੱਕ। ਤਾਂ ਬੱਚੇ ਇਹ ਤਾਂ ਤੁਹਾਨੂੰ ਕਲੀਅਰ ਹੋ ਗਿਆ ਵੀ ਜਿਹੜਾ ਸੈਕਿੰਡ ਕੁਐਸਚਨ ਆ ਸੈਕਿੰਡ ਕੁਐਸਚਨ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਛ ਨਹੀਂ ਹੈਗਾ, ਸੋ ਉਹਦਾ IMF ਆਨਸਰ ਨਾ ਲਾ ਦਿਓ ਕਿਉਂਕਿ ਵੀ ਕਿਤੇ ਸੋਚੋ ਵੀ ਆਪਾਂ IMF ਟੌਪਿਕ ਆ ਜਿਹੜਾ ਕਵਰ ਕਰ ਰਹੇ ਹਾਂ, ਸੋ ਇਹਦਾ ਜਿਹੜਾ ਆਨਸਰ ਆ ਉਹ ਤੁਹਾਡਾ IMF ਹੀ ਬਣੂਗਾ। ਤਾਂ ਬੱਚੇ ਇਹ ਵਾਲਾ ਨਹੀਂ ਆਨਸਰ ਹੈਗਾ। ਤਾਂ ਹੁਣ ਤੁਸੀਂ ਦੱਸਣਾ ਕਿ ਉਹਦੇ 'ਚ ਕਰੰਟਲੀ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕੌਣ ਕਰ ਰਹੇ ਨੇ ਔਰ ਇਸ ਤੋਂ ਬਾਅਦ IMF ਬਾਰੇ ਜੋ ਫੈਕਟ ਬੱਚੇ ਤੁਹਾਨੂੰ ਪੁੱਛੇ ਗਏ ਆ ਤਾਂ ਉਹ ਤੁਸੀਂ ਕਲੀਅਰ ਕਰਨੇ ਆ। ਤਾਂ ਕਮੈਂਟ ਕਰਕੇ ਜ਼ਰੂਰ ਉਹਨਾਂ ਦਾ ਆਨਸਰ ਆ ਜਿਹੜਾ ਉਹ ਤੁਸੀਂ ਕਰਨਾ। ਤਾਂ ਬੱਚੇ ਨਾਲ ਹੀ ਇੱਕ ਤੁਸੀਂ ਇਹ ਵੀ ਦੱਸਣਾ ਕਿ IMF ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਉਹ ਕੌਣ ਨੇ, ਉਹਨਾਂ ਦਾ ਨਾਮ ਵੀ ਤੁਸੀਂ ਕਮੈਂਟ ਕਰਕੇ ਦੱਸਣਾ। ਸੋ ਉਮੀਦ ਕਰਦਾ ਵੀ ਤੁਹਾਨੂੰ ਇਹ ਵਾਲਾ ਟੌਪਿਕ ਆ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਅਗਰ ਤੁਹਾਡਾ ਕੋਈ ਵੀ ਇਹਦੇ ਵਿੱਚ ਡਾਊਟ ਬਚਦਾ ਦੈਨ ਤੁਸੀਂ ਕਮੈਂਟ ਕਰ ਸਕਦੇ ਹੋ। ਔਰ ਬੱਚੇ ਅਗਰ ਤੁਹਾਨੂੰ ਕੋਈ ਵੈਸੇ ਵੀ ਕੁਐਰੀ ਹੈ ਤੁਹਾਡੀ, ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ, ਉੱਥੇ ਵੀ ਤੁਹਾਡਾ ਡਾਊਟ ਕਲੀਅਰ ਕੀਤਾ ਜਾਊਗਾ। ਔਰ ਸਾਡੇ ਨਾਲ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਜੁੜ ਸਕਦੇ ਹੋ, ਤਾਂ ਉਹਦਾ ਇੰਸਟਾਗ੍ਰਾਮ ਦਾ ਲਿੰਕ ਵੀ ਤੁਹਾਨੂੰ ਆਪਣੇ ਅਬਾਊਟ ਦੇ ਵਿੱਚ ਮਿਲ ਜਾਏਗਾ। ਬਾਕੀ ਬੱਚੇ ਆਪਣੇ ਚੈਨਲ ਦੇ ਉੱਪਰ ਕਮਿਊਨਿਟੀ ਟੈਬ ਦੇ ਵਿੱਚ MCQ ਨੇ ਜਿਹੜੇ ਉਹ ਆਪਾਂ ਰੱਖਦੇ ਆ, ਪੋਲ ਕੁਇਜ਼ ਕਰਵਾਏ ਜਾਂਦੇ ਆ, ਤੁਸੀਂ ਉੱਥੇ ਵੀ ਪਾਰਟਿਸਿਪੇਟ ਆ ਜਿਹੜਾ ਉਹ ਕਰਿਆ ਕਰੋ। ਔਰ ਬੱਚੇ ਇਕੱਲਾ ਪੋਲ ਕਰਨ ਤੱਕ ਹੀ ਸੀਮਤ ਨਾ ਰਿਹਾ ਕਰੋ। ਅਗਰ ਤੁਹਾਨੂੰ ਕਰੈਕਟ ਆਨਸਰ ਪਤਾ ਹੁੰਦਾ ਦੈਨ ਤੁਸੀਂ ਉਹਦੇ ਜਿਹੜੇ ਫੈਕਟਸ ਨੇ ਉਹ ਵੀ ਕਲੀਅਰ ਕਰਿਆ ਕਰੋ, ਕਿਉਂਕਿ ਜਿਹੜੇ ਬੱਚੇ ਦੇ ਆਨਸਰ ਗਲਤ ਹੋ ਜਾਂਦੇ ਆ ਜੇ ਉੱਥੇ ਕਮੈਂਟ ਹੋਊਗਾ ਤਾਂ ਬੱਚਾ ਕਮੈਂਟਸ ਨੂੰ ਪਹਿਲਾਂ ਦੇਖਦਾ, ਤਾਂ ਕਮੈਂਟ ਕਰਕੇ ਤੁਸੀਂ ਆਪਣੀ ਨੌਲੇਜ ਜ਼ਰੂਰ ਚੈੱਕ ਕਰਿਆ ਕਰੋ। ਅਗਰ ਗਲਤ ਹੋਊਗਾ ਤਾਂ ਤੁਹਾਡਾ ਆਨਸਰ ਕਰੈਕਟ ਕਰਵਾਇਆ ਜਾਊਗਾ ਕਿ ਬੱਚੇ ਇਹ ਵਾਲਾ ਤੁਹਾਡਾ ਫੈਕਟ ਸੀ, ਇਹ ਐਵੇਂ ਆਉਣਾ ਸੀ। ਓਕੇ, ਤਾਂ ਜਿਹੜੇ ਬੱਚਿਆਂ ਨੇ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਬੱਚੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਦੈਨ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਔਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ।
ਵੀਡੀਓ ਦੇਖਣ ਦੇ ਲਈ ਬੱਚੇ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।